ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਮੁਕੱਦਸ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਪਿਛਲੇ ਵਿਖਿਆਨ ਦੇ ਵਿੱਚ ਤੁਹਾਡੇ ਨਾਲ ਇਹ ਪੱਖ ਸਾਂਝਾ ਕਰਨ ਦਾ ਯਤਨ ਕੀਤਾ ਸੀ, ਔਰ ਉਸ ਪੱਖ ਦੇ ਦੌਰਾਨ ਵੀ ਮੈਂ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਸੀ ਕਿ ਜ਼ਰੂਰੀ ਨਹੀਂ ਜਿਹੜੇ ਵਿਚਾਰ ਮੈਂ ਸਾਂਝੇ ਕਰ ਰਿਹਾ ਇਹ ਅੰਤਮ ਸੱਚ ਹੀ ਹੋਵੇ। ਸੋ ਇਹਦੇ ਵਿੱਚ ਬਹੁਤ ਸਾਰੀਆਂ ਕਹਿ ਸਕਦੇ ਹੋ ਘਾਟਾਂ ਵੀ ਹੋ ਸਕਦੀਆਂ, ਬਹੁਤ ਸਾਰੇ ਚੰਗੇ ਵਿਚਾਰ ਤੁਹਾਡੇ ਕੋਲ ਵੀ ਹੋ ਸਕਦੇ ਹੋ, ਅਤੇ ਉਹ ਤੁਸੀਂ ਕਮੈਂਟਸ ਦੇ ਵਿੱਚ ਦੱਸ ਵੀ ਸਕਦੇ ਹੋ ਕਿ ਜੇਕਰ ਕੋਈ ਹੋਰ ਕੀ ਕਹਿ ਸਕਦਾ, ਅਸੀਂ ਪੰਜਾਬੀ 'ਚ ਕਹਿੰਦੇ ਹਾਂ ਸ਼ੱਕ ਸ਼ੁਬਾ ਕੋਈ ਹੋਰ ਵੀ ਹੋਵੇ ਤਾਂ ਉਹ ਸਾਂਝਾ ਕੀਤਾ ਜਾ ਸਕਦਾ, ਕਿਉਂਕਿ ਹਰ ਬੰਦੇ ਦਾ ਆਪੋ ਆਪਣਾ ਇੱਕ ਬੌਧਿਕ ਪੱਧਰ ਹੁੰਦਾ ਹੈ, ਅਤੇ ਹੋ ਸਕਦਾ ਹੈ ਕਿ ਜਿਹੜੇ ਸੁਣਨ ਵਾਲੇ ਸਰੋਤੇ ਹੁੰਦੇ ਨੇ ਉਹਨਾਂ ਦਾ ਕਈ ਵਾਰੀ ਵਕਤੇ ਦੇ ਨਾਲੋਂ ਵੀ ਬੌਧਿਕ ਪੱਧਰ ਬਹੁਤ ਉਚੇਰਾ ਹੁੰਦਾ, ਬਹੁਤ ਜ਼ਿਆਦਾ। ਮੈਂ ਹਮੇਸ਼ਾ ਇਸ ਗੱਲ 'ਚ ਵਿਸ਼ਵਾਸ ਕਰਦਾ, ਜਦੋਂ ਮੈਂ ਸੰਗਤ ਦੇ ਵਿੱਚ ਵੀ ਲੈਕਚਰ ਕਰ ਰਿਹਾ ਹੁੰਦਾ ਤਾਂ ਮੈਂ ਸੋਚਦਾ ਹੁੰਦਾ ਕਿ ਮੇਰੇ ਤੋਂ ਬਹੁਤ ਵੱਡੇ ਜਾਣਕਾਰ ਜਿਹੜੇ ਨੇ ਉਹ ਸੰਗਤ ਦੇ ਵਿੱਚ ਬੈਠੇ ਨੇ। ਸੋ ਇਸ ਕਰਕੇ ਪਿਛਲੇ ਜਿਹੜੇ ਵਿਖਿਆਨ ਦੀ ਲੜੀ ਦੇ ਵਿੱਚ ਜਿਹਦਾ ਸੰਬੰਧ ਸੀ ਕਿ ਭਾਰਤੀ ਹਕੂਮਤ ਦੇ ਵੱਲੋਂ ਜਿਹੜਾ ਬਾਲ ਵੀਰ ਦਿਵਸ ਜਾਂ ਵੀਰ ਬਾਲ ਦਿਵਸ ਮਨਾਉਣ ਦਾ ਜਿਹੜਾ ਉਹ ਫੈਸਲਾ ਕੀਤਾ ਗਿਆ, ਬਕਾਇਦਾ ਤੌਰ ਦੇ ਉੱਪਰ ਕੇਂਦਰ ਦੇ ਜਿਹੜਾ ਗਜ਼ਟੀਅਰ ਉਹਦੇ ਵਿੱਚ ਉਸ ਨੂੰ ਬਕਾਇਦਾ ਰੈਫਰੈਂਸ ਨੰਬਰ ਦੇ ਕੇ ਸ਼ਾਮਲ ਵੀ ਕਰ ਦਿੱਤਾ ਗਿਆ ਕਿ ਹਰ ਸਾਲ ਜਿਹੜਾ ਉਹ 26 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਉਹ ਮਨਾਇਆ ਜਾਵੇਗਾ। ਹੁਣ ਉਹਦੇ ਉੱਪਰ ਜਿਹੜੀ ਸਿੱਖਾਂ ਦੀ ਪ੍ਰਤੀਕਿਰਿਆ, ਇੱਕ ਤੇ ਆਮ ਸਿੱਖ ਦੀ ਪ੍ਰਤੀਕਿਰਿਆ, ਜਿਹੜਾ ਪਿਛਲੇ ਅਤੀਤ 'ਚ ਵਾਪਰੇ ਜਿਹੜੇ ਵਰਤਾਰੇ ਨੇ ਉਹਨਾਂ ਦੀ ਜ਼ਿਆਦਾ ਜਾਣਕਾਰੀ ਨਹੀਂ ਰੱਖਦਾ। ਮੈਂ ਉਸ ਨੂੰ ਅਣਭੋਲ ਕਹਿ ਸਕਦਾ, ਕੁਛ ਨੂੰ ਅਣਭੋਲ ਕਹਿ ਸਕਦਾ, ਕਿਉਂਕਿ ਉਹਨਾਂ ਨੇ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਸਿੱਖ ਕੌਮ ਦੇ ਉੱਪਰ ਹੋਏ ਬੌਧਿਕ ਹਮਲੇ ਨੇ ਉਹਨਾਂ ਦੀ ਜਾਣਕਾਰੀ ਉਹਨਾਂ ਨੂੰ ਨਹੀਂ ਹੈਗੀ। ਇੱਕ ਉਹ ਨੇ ਜਿਹੜੇ ਸਭ ਕੁਝ ਜਾਣਦੇ ਨੇ, ਪਰ ਉਹਦੇ ਬਾਵਜੂਦ ਵੀ ਉਹ ਕੁਝ ਅਜਿਹੀਆਂ ਕਹਿ ਸਕਦੇ ਹੋ ਕਿ ਆਪਣੀਆਂ ਹੀ ਦਾਇਰਿਆਂ ਦੇ ਵਿੱਚ ਸਮੱਸਿਆਵਾਂ ਦੇ ਵਿੱਚ ਘਿਰੇ ਹੋਏ ਨੇ, ਜਿਨ੍ਹਾਂ ਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਜੋ ਕੁਛ ਰਾਸ਼ਟਰਵਾਦੀ ਫਰੇਮ ਦੇ ਵਿੱਚ ਰਹਿ ਕੇ ਅਸੀਂ ਪ੍ਰਾਪਤ ਕਰ ਸਕਦੇ ਹਾਂ, ਸ਼ਾਇਦ ਸਿੱਖਾਂ ਦੀ ਨਿਆਰੀ ਹਸਤੀ ਦੀ ਗੱਲ ਕਰਨ ਦੇ ਨਾਲ ਸਾਨੂੰ ਨਿੱਜੀ ਤੌਰ 'ਤੇ ਉਹ ਜਿਹੜੀਆਂ ਪ੍ਰਾਪਤੀਆਂ ਉਹ ਨਹੀਂ ਹੋ ਸਕਦੀਆਂ। ਅਤੇ ਇੱਕ ਪੱਖ ਉਹ ਹੈ ਜਿਹੜਾ ਇਸ ਗੱਲ ਦਾ ਵਿਰੋਧ ਵੀ ਰਾਜਨੀਤਿਕ ਨਜ਼ਰੀਏ ਤੋਂ ਕਰ ਰਿਹਾ। ਮਿਸਾਲ ਦੇ ਤੌਰ 'ਤੇ ਜਦੋਂ ਅਕਾਲੀ ਭਾਜਪਾ ਗੱਠਜੋੜ ਸੀ ਤਾਂ ਮੇਰੇ ਕੋਲ ਕੁਝ ਅਖਬਾਰਾਂ ਦੀਆਂ ਕਟਿੰਗਸ ਵੀ ਪਈਆਂ ਨੇ, ਜਦੋਂ ਦਿੱਲੀ ਦੀ ਜਿਹੜੀ ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਔਰ ਪੰਜਾਬ ਦੇ ਅਕਾਲੀ ਦਲ ਦੇ ਕੁਝ ਲੀਡਰਾਂ ਦੇ ਵੱਲੋਂ ਤਾਂ ਬਕਾਇਦਾ ਤੌਰ ਦੇ ਉੱਪਰ ਉਸ ਵੇਲੇ ਸਮ੍ਰਿਤੀ ਇਰਾਨੀ ਦੇ ਕੋਲੋਂ ਇਹ ਮੰਗ ਕੀਤੀ ਗਈ ਸੀ, ਇਹ ਨਾ ਹੋਵੇ ਕਿਤੇ ਉਹ ਅਖਬਾਰ ਦੀ ਖਬਰ ਕਿਸੇ ਨੇ ਫੇਕ ਬਣਾਈ ਹੋਵੇ, ਪਰ ਮੇਰੇ ਕੋਲ ਜਿਹੜੀ ਦੀ ਕਟਿੰਗ ਪਹੁੰਚੀ ਉਹਦੇ ਅਨੁਸਾਰ ਤਾਂ ਮੰਗ ਕੀਤੀ ਗਈ ਸੀਗੀ ਕਿ ਜਿਹੜਾ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਉਸ ਨੂੰ ਬਾਲ ਦਿਵਸ ਦੇ ਤੌਰ ਦੇ ਉੱਪਰ ਮਨਾਉਣ ਦੀ ਜਿਹੜੀ ਹੈ ਉਹ ਹਕੂਮਤ ਨੂੰ ਪਹਿਲ ਕਰਨੀ ਚਾਹੀਦੀ ਹੈ। ਸੋ ਫਿਰ ਮੈਨੂੰ ਕਿਤੇ ਨਾ ਕਿਤੇ ਜਾ ਕੇ ਜਿਹੜੀ ਇਸ ਤਰ੍ਹਾਂ ਦੀ ਅੱਜ ਵਿਰੋਧਤਾ ਹੋ ਰਹੀ ਹੈ, ਅਤੇ ਉਹਦੇ ਵਿੱਚੋਂ ਇੱਕ ਪੱਖ ਵੀ ਸਾਹਮਣੇ ਆਉਂਦਾ ਹੈ ਕਿ ਜੇਕਰ ਇਹ ਰਾਜਸੀ ਗੱਠਜੋੜ ਜਾਰੀ ਰਹਿੰਦਾ ਤਾਂ ਫਿਰ ਇਸ ਦਾ ਸਵਾਗਤ ਹੋਣਾ ਸੀ। ਹੁਣ ਉਹ ਰਾਜਸੀ ਗੱਠਜੋੜ ਜਿਹੜਾ ਉਹ ਟੁੱਟ ਚੁੱਕਾ ਹੈ, ਉਹਦੇ ਕਰਕੇ ਹੁਣ ਉਹਦੀ ਜਿਹੜੀ ਵਿਰੋਧਤਾ ਹੋ ਰਹੀ ਹੈ, ਪਰ ਉਸ ਵਿਰੋਧਤਾ ਨੂੰ ਤੁਸੀਂ ਰਾਜਸੀ ਢਾਂਚੇ ਦੇ ਵਿੱਚ ਵੇਖ ਸਕਦੇ ਹੋ। ਪਰ ਜੇਕਰ ਤੁਸੀਂ ਸੰਜੀਦਗੀ ਦੇ ਪੱਖ ਤੋਂ ਚਿੰਤਨ ਕਰਨਾ ਇਸ ਗੱਲ ਦਾ ਕਿ ਨਾਮਕਰਨ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ, ਭਵਿੱਖ ਦੇ ਵਿੱਚ ਕਿਹੜੀਆਂ ਚੁਣੌਤੀਆਂ ਤੇ ਕਿਹੜੀਆਂ ਚਿੰਤਾਵਾਂ ਨੇ ਜਿਨ੍ਹਾਂ ਦੇ ਰੂਬਰੂ ਹੋਣ ਦਾ ਖਦਸ਼ਾ ਹੈ ਸਿੱਖਾਂ ਦੇ ਇੱਕ ਬੌਧਿਕ ਤੌਰ ਦੇ ਉੱਪਰ ਸੰਜੀਦਾ ਵਰਗ ਨੂੰ। ਸੋ ਉਹਦੇ ਵਿੱਚ ਸਭ ਤੋਂ ਤਾਂ ਅਹਿਮ ਗੱਲ ਹੈ ਕਿ ਕੁਝ ਸਾਡੇ ਵੀਰ ਐਸੇ ਵੀ ਨੇ, ਮੈਂ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੀਆਂ ਟਿੱਪਣੀਆਂ ਪੜ੍ਹੀਆਂ ਨੇ ਕਿ ਕੇਂਦਰ ਨੂੰ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਕਰਨ ਦਾ ਕੋਈ ਹੱਕ ਹੀ ਨਹੀਂ ਹੈ। ਮੈਂ ਇਹਦੇ ਨਾਲ ਬਹੁਤਾ ਜ਼ਿਆਦਾ ਸਹਿਮਤ ਇਸ ਕਰਕੇ ਨਹੀਂ ਹਾਂ ਕਿਉਂਕਿ ਜਦੋਂ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਵੀ ਕੋਈ ਸਿੱਖਾਂ ਦੇ ਪ੍ਰਤੀ ਮਸਲਾ ਪੈਦਾ ਹੁੰਦਾ ਹੈ ਅਤੇ ਕੇਂਦਰ ਸੰਜੀਦਗੀ ਨਾਲ ਹੱਲ ਕਰੇ ਜਾਂ ਨਾ ਕਰੇ, ਪਰ ਕਿਤੇ ਨਾ ਕਿਤੇ ਸਾਡੀਆਂ ਇਹ ਸੰਸਥਾਵਾਂ ਕੇਂਦਰ ਨੂੰ ਅਪੀਲ ਜ਼ਰੂਰ ਕਰਦੀਆਂ ਨੇ ਕਿ ਇਸ ਖਿੱਤੇ ਦੇ ਵਿੱਚ ਸਿੱਖਾਂ ਨੂੰ ਕੋਈ ਧਾਰਮਿਕ ਸਮੱਸਿਆ ਹੈ ਅਤੇ ਕੇਂਦਰ ਨੂੰ ਉੱਥੇ ਦਖਲ ਦੇਣਾ ਚਾਹੀਦਾ, ਉਹ ਚਾਹੇ ਫਰਾਂਸ ਦੇ ਵਿੱਚ ਦਸਤਾਰ ਦਾ ਮਸਲਾ ਸੀ ਜਾਂ ਹੋਰ ਕਈ ਥਾਵਾਂ ਦੇ ਉੱਪਰ ਕੋਈ ਮਸਲੇ ਐਸੇ ਆਏ। ਸੋ ਕਿਤੇ ਨਾ ਕਿਤੇ ਬੇਸ਼ੱਕ ਜਦੋਂ ਅਸੀਂ ਕਿਸੇ ਖਿੱਤੇ ਦੇ ਵਿੱਚ ਘੱਟ ਗਿਣਤੀ ਤੌਰ ਦੇ ਉੱਪਰ ਰਹਿ ਰਹੇ ਹੁੰਦੇ ਹਾਂ ਤਾਂ ਉਸ ਵੇਲੇ ਵੀ ਕਿਤੇ ਨਾ ਕਿਤੇ ਜਿਹੜੀ ਹਕੂਮਤ ਜਾਂ ਜਿਹੜੀ ਧਿਰ ਰਾਜ ਸੱਤਾ ਦੇ ਉੱਪਰ ਕਾਇਮ ਹੁੰਦੀ ਹੈ ਉਹਦੇ ਤੋਂ ਕਈ ਵਾਰੀ ਕੁਛ ਮੰਗਾਂ ਵੀ ਕਰਨੀਆਂ ਪੈਂਦੀਆਂ, ਵਿਰੋਧ ਵੀ ਕਰਨਾ ਪੈਂਦਾ ਹੈ, ਪ੍ਰੋਟੈਸਟ ਵੀ ਕਰਨੇ ਪੈਂਦੇ ਨੇ। ਪਹਿਲੀ ਗੱਲ ਤਾਂ ਇਹ ਹੈ, ਅਕਸਰ ਅਸੀਂ ਵੇਖਿਆ ਹੀ ਹੈ ਸਾਡੀਆਂ ਬਹੁਤ ਸਾਰੀਆਂ ਜਥੇਬੰਦੀਆਂ
ਕੇਂਦਰ ਦੇ ਵਿਰੋਧ ਵੀ ਕਰਦੀਆਂ ਨੇ, ਫੈਡਰਲ ਸਟਰਕਚਰ ਦੀ ਗੱਲ ਵੀ ਕਰਦੀਆਂ ਨੇ, ਪਰ ਜਦੋਂ ਕੋਈ ਗੱਲ ਹੁੰਦੀ ਹੈ ਫਿਰ ਕੇਂਦਰ ਦਾ ਵਿਰੋਧ ਵੀ ਕਰਦੀਆਂ ਨੇ। ਕੇਂਦਰ ਦੇ ਕੋਲੋਂ ਕਈ ਵਾਰੀ ਮੰਗ ਵੀ ਕੀਤੀ ਜਾਂਦੀ ਹੈ। ਸੋ ਇਹ ਵੱਖ-ਵੱਖ ਮੌਕਿਆਂ ਦੇ ਉੱਪਰ ਇਹ ਜਿਹੜੀ ਕਿਰਿਆ ਤੇ ਪ੍ਰਤੀਕਿਰਿਆ ਹੁੰਦੀ ਹੈ ਉਹ ਵੱਖ-ਵੱਖ ਹੁੰਦੀ ਹੈ। ਹੁਣ ਅਸੀਂ ਗੱਲ ਕਰਾਂਗੇ ਕੇਵਲ ਤੇ ਕੇਵਲ ਸਿਧਾਂਤਕ ਵਿਰੋਧ ਦੀ, ਜਿਹਨੂੰ ਬਿਲਕੁਲ ਇਸ ਤਰ੍ਹਾਂ ਦੇ ਨਾਲ ਪੇਸ਼ ਕੀਤਾ ਜਾ ਰਿਹਾ ਕਿ ਜਿਸ ਤਰ੍ਹਾਂ ਇੱਕ ਫਿਰਕਾ ਪ੍ਰਸਤ ਸਿੱਖਾਂ ਦਾ ਟੋਲਾ ਜਿਹੜਾ ਉਹ ਇਸ ਗੱਲ ਦਾ ਵਿਰੋਧ ਕਰ ਰਿਹਾ, ਔਰ ਇਹ ਹਕੂਮਤ ਦੇ ਵੱਲੋਂ ਨਹੀਂ ਬਲਕਿ ਬਹੁਤ ਸਾਰੀਆਂ ਸਾਡੀਆਂ ਸਿੱਖ ਸ਼ਖਸੀਅਤਾਂ ਹੀ ਐਸੀਆਂ ਸੋਸ਼ਲ ਮੀਡੀਆ ਦੇ ਉੱਪਰ ਨੇ ਜਿਹੜੀਆਂ ਕਿਤੇ ਨਾ ਕਿਤੇ ਇਸ ਗੱਲ ਦੇ ਉੱਪਰ ਹੈਗੀਆਂ ਨੇ ਕਿ ਸਰਕਾਰ ਨੇ ਤਾਂ ਐਡਾ ਵੱਡਾ ਫੈਸਲਾ ਕਰ ਦਿੱਤਾ ਤੇ ਸਿੱਖ ਜਿਹੜੇ ਨੇ ਉਹ ਸਵਾਗਤ ਕਰਨ ਦੇ ਬਜਾਏ ਜਿਹੜਾ ਇਸ ਦਾ ਵਿਰੋਧ ਕਰ ਰਹੇ ਨੇ। ਨਹੀਂ, ਇਸ ਨੂੰ ਸਮਝਣ ਦੀ ਲੋੜ ਆ। ਸਿੱਖਾਂ ਨੇ ਵਿਰੋਧ ਨਹੀਂ ਕੀਤਾ, ਸਿਧਾਂਤਕ ਤੌਰ ਦੇ ਉੱਪਰ ਜਾਗਰੂਕ ਬੌਧਿਕ ਵਰਗ ਜਿਹੜਾ ਹੈ ਉਸ ਨੇ ਨਾਮਕਰਨ ਦੇ ਉੱਪਰ ਇਤਰਾਜ਼ ਜਤਾਇਆ, ਪਰ ਮਨਾਉਣ ਦੇ ਉੱਪਰ ਜਿਹੜਾ ਵਿਰੋਧ ਹੈ ਉਹਦੇ ਪੱਖ ਵੀ ਸਮਝਣੇ ਪੈਣਗੇ। ਪਹਿਲੀ ਗੱਲ ਤੇ ਸਿੱਖਾਂ ਦਾ ਸਿਧਾਂਤਕ ਤੌਰ ਦੇ ਉੱਪਰ ਚੇਤਨ ਤੇ ਬੌਧਿਕ ਵਰਗ ਇਸ ਗੱਲ ਨੂੰ ਜਾਣਦਾ ਹੈ ਕਿ ਪਿਛਲੇ ਸਮਿਆਂ ਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੀਆਂ ਘਟਨਾਵਾਂ ਜਾਂ ਫਿਰ ਇਸ ਤਰ੍ਹਾਂ ਦੇ ਕਰਮ ਤੇ ਪ੍ਰਤੀਕਰਮ ਵਾਪਰੇ, ਉਹਨਾਂ ਦਾ ਸੰਤਾਪ ਜਿਹੜਾ ਮਾਨਸਿਕ ਤੌਰ ਤੇ ਸਿੱਖ ਧਰਮ ਨੂੰ ਭੁਗਤਣਾ ਪਿਆ। ਪਰਮਾਨੰਦ ਦੇ ਵੱਲੋਂ ਲਿਖੀ ਗਈ ਕਿਤਾਬ ਬੰਦਾ ਬੈਰਾਗੀ, ਔਰ ਉਹਦਾ ਜਦੋਂ ਜਵਾਬ ਵੀ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਲਿਖਿਆ ਸੀ ਨਾ, ਤੇ ਪਰਮਾਨੰਦ ਦੀ ਕਿਤੇ ਕਿਤਾਬ ਪੜ੍ਹ ਕੇ ਵੇਖ ਲਿਓ, ਉਹਨੂੰ ਉਹਨਾਂ ਸਮਿਆਂ ਦੇ ਵਿੱਚ ਕਰਮ ਸਿੰਘ ਹਿਸਟੋਰੀਅਨ ਜਿਹੜਾ ਉਹ ਧਮਕੀ ਦੇਣ ਵਾਲਾ ਇੱਕ ਗੁੰਡਾ ਜਾਂ ਫਿਰ ਕਹਿ ਸਕਦੇ ਹੋ ਕਿ ਉਹਨਾਂ ਸਮਿਆਂ ਦੇ ਵਿੱਚ ਇੱਕ ਗੈਂਗਸਟਰ ਵਾਂਗੂ ਪ੍ਰਤੀਤ ਹੁੰਦਾ। ਉਹਦਾ ਕਾਰਨ ਸੀ ਕੀ ਸੀ ਕਿ ਪਰਮਾਨੰਦ ਜਿਹੜਾ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਬੰਦਾ ਵੈਰਾਗੀ ਸਾਬਤ ਕਰਨਾ ਚਾਹੁੰਦਾ। ਖੈਰ ਇਹਦੇ ਪਿੱਛੇ ਵੀ ਘਟਨਾਵਾਂ ਹੋਰ ਨੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਕਹਿ ਸਕਦੇ ਹੋ ਕਿ ਸ਼ੈਵ ਮਤ ਨੂੰ ਵੈਸ਼ਨਵ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਇਮਰਜ ਕੀਤਾ ਜਾਂਦਾ ਹੈ। ਫਿਰ ਉਸ ਤੋਂ ਬਾਅਦ ਸਨਾਤਨ ਤੋਂ ਬਾਅਦ ਜਿਹੜਾ ਹਿੰਦੂਤਵ ਦਾ ਜਿਹੜਾ ਇੱਕ ਬਹੁਤ ਵੱਡਾ ਕਹਿ ਸਕਦੇ ਹੋ ਕਿ ਰੂਪ ਪੇਸ਼ ਕੀਤਾ ਜਾਂਦਾ, ਉਹਨੂੰ ਸਮਝਣ ਦੀ ਵੱਖਰੀ ਲੋੜ ਹੈ, ਪਰ ਇੱਕ ਵੱਖਰਾ ਵਿਸ਼ਾ। ਪਰ ਇੱਕ ਹੋਰ ਮੁੱਦੇ ਦੇ ਉੱਪਰ ਆਉਂਦੇ ਆ ਜਿਹਦੇ ਉੱਪਰ ਮੈਂ ਤੱਬੇ ਰੋਸ ਜਾਗਿਓ ਕਿਤਾਬ ਦੇ ਵਿੱਚ ਪੂਰਾ ਇੱਕ ਆਰਟੀਕਲ ਵੀ ਲਿਖਿਆ ਸੀ, ਔਰ ਮੈਂ ਸੋਚਦਾ ਸੀਗਾ ਕਿ ਸਿੱਖ ਬੌਧਿਕ ਸੱਤਾ ਦੇ ਉੱਪਰ ਇਹ ਕਿਤੇ ਨਾ ਕਿਤੇ ਕੀਤਾ ਗਿਆ ਬਹੁਤ ਵੱਡਾ ਮਾਨਸਿਕ ਹਮਲਾ ਸੀ। ਉਹ ਸੀ ਸ਼੍ਰੀ ਗੁਰੂ ਮਤੀ ਦਾਸ ਸ਼ਰਮਾ। ਜਦੋਂ ਕਿ ਸਾਡੇ ਸਾਰੇ ਜਿਹੜੇ ਇਤਿਹਾਸਕ ਸਰੋਤ ਨੇ, ਜੇਕਰ ਉਹਨਾਂ ਦੀ ਅਸੀਂ ਘੋਖ ਕਰੀਏ ਤਾਂ ਸਾਨੂੰ ਸਪਸ਼ਟ ਹੋ ਜਾਂਦਾ ਹੈ ਕਿ ਜਿਹੜੇ ਮਤੀ ਦਾਸ ਜੀ ਨੇ ਉਹ ਛਿੱਬਰ ਪਰਿਵਾਰ ਦੇ ਵਿੱਚੋਂ ਸੀ, ਤੇ ਜਿਹੜੇ ਛਿੱਬਰ ਨੇ ਉਹ ਮੁਹਿਆਲ ਬ੍ਰਾਹਮਣਾਂ ਦੀ ਇੱਕ ਜਾਤੀ ਹੈ, ਔਰ ਮੂਲ ਰੂਪ ਦੇ ਵਿੱਚ ਜੇਕਰ ਅਸੀਂ ਹੋਰ ਪਿੱਛੇ ਜਾਈਏ ਤਾਂ ਇਹ ਜਿਹੜੇ ਸੀਗੇ ਇਹ ਸ਼ੈਵ ਜਿਹੜੇ ਸੀਗੇ ਉਹ ਬ੍ਰਾਹਮਣ ਸੀ, ਇਹ ਵੈਸ਼ਨਵ ਨਹੀਂ ਸੀ। ਸੋ ਬੜੀ ਜੁਝਾਰੂ ਜਾਤੀ ਸੀ। ਇਹਨਾਂ ਦੇ ਜਿਹੜੇ ਵਡੇਰੇ ਬਾਬਾ ਗੌਤਮ ਜੀ ਹੋਏ ਨੇ, ਗੁਰੂ ਨਾਨਕ ਸਾਹਿਬ ਦੇ ਸਮੇਂ ਉਹ ਸਿੱਖ ਧਰਮ ਦੇ ਨੇੜੇ ਆਏ, ਔਰ ਬਕਾਇਦਾ ਤੌਰ ਦੇ ਉੱਪਰ ਉਹਨਾਂ ਨੇ ਬਹੁਤ ਸਾਰੀਆਂ ਲੜਾਈਆਂ ਦੇ ਵਿੱਚ, ਜੰਗਾਂ ਦੇ ਵਿੱਚ ਹਿੱਸਾ ਵੀ ਲਿਆ। ਔਰ ਇਸੇ ਪਰਿਵਾਰ ਦੇ ਵਿੱਚੋਂ ਭਾਈ ਮਤੀ ਦਾਸ ਦੇ ਜਿਹੜੇ ਬੇਟੇ ਮੁਕੰਦ ਸਿੰਘ ਨੇ ਉਹ ਬਕਾਇਦਾ ਤੌਰ ਤੇ ਚਮਕੌਰ ਦੀ ਗੜੀ ਦੇ ਵਿੱਚ ਸਾਹਿਬਜ਼ਾਦਾ ਜੁਝਾਰ ਸਿੰਘ ਵਾਲੇ ਜਥੇ ਦੇ ਵਿੱਚ ਬਾਹਰ ਜਾਂਦੇ ਨੇ, ਔਰ ਮੁਗਲ ਹਕੂਮਤ ਦੀਆਂ ਫੌਜਾਂ ਦੇ ਨਾਲ ਜੂਝਦੇ ਹੋਏ ਸ਼ਹਾਦਤ ਪ੍ਰਾਪਤ ਕਰਦੇ ਨੇ। ਸੋ ਮੈਂ ਫਿਰ ਕਿਤੇ ਨਾ ਕਿਤੇ ਇਹ ਜਿਹੜਾ ਸ਼ੈਵ ਤੇ ਵੈਸ਼ਨਵ ਦਾ ਟਕਰਾਅ ਹੈ, ਇਹਦੇ ਵਿੱਚੋਂ ਵੀ ਬਹੁਤ ਕੁਝ ਨਿਕਲਦਾ। ਖੈਰ ਅੱਜ ਇਹ ਮੁੱਦਾ ਨਹੀਂ, ਅਸੀਂ ਇਹਨੂੰ ਲਾਂਭੇ ਰੱਖਦੇ ਹਾਂ, ਪਰ ਫਿਰ ਵੀ ਇਹ ਜਿਹੜੀ ਇੱਕ ਕਹਿ ਸਕਦੇ ਹੋ ਕਿ ਬੜੀ ਇੱਕ ਗੁੱਝੀ ਸਾਜ਼ਿਸ਼ ਸੀ ਕਿ ਭਾਈ ਮਤੀ ਦਾਸ ਜੀ ਨੂੰ ਛਿੱਬਰ ਪਰਿਵਾਰ ਜਾਂ ਮੁਹਾਲ ਬ੍ਰਾਹਮਣਾਂ ਦੀ ਸ਼੍ਰੇਣੀ ਚੋਂ ਕੱਢ ਕੇ ਸ਼ਰਮਾ ਸ਼ਬਦ ਨਾਲ ਜੋੜ ਕੇ ਇੱਕ ਵੈਸ਼ਨਵ ਜੇ ਕਹਿ ਸਕਦੇ ਹੋ ਕਿ ਉਸ ਰੂਪ ਦੇ ਵਿੱਚ, ਬ੍ਰਾਹਮਣ ਦੇ ਰੂਪ ਦੇ ਵਿੱਚ ਪੇਸ਼ ਕਰਨਾ। ਇਸੇ ਤਰ੍ਹਾਂ ਹਕੀਕਤ ਰਾਏ ਜਦੋਂ ਕਿ ਸਾਨੂੰ ਇਹ ਵੀ ਪਤਾ ਸੀ ਕਿ ਉਹਨਾਂ ਦਾ ਨਾਨਕਾ ਪਰਿਵਾਰ ਜਿਹੜਾ ਉਹ ਭਾਈ ਕਨਈਆ ਜੀ ਦੇ ਨਾਲ ਜੁੜਦਾ ਹੈ, ਉਹਨਾਂ ਦਾ ਦਾਦਕਾ ਪਰਿਵਾਰ ਜਿਹੜਾ ਉਹ ਨੰਦ ਰਾਮ ਜੀ ਖੱਤਰੀ ਜਿਹੜੇ ਗਲੋਟੀਆਂ ਖੁਰਦ ਦੇ ਰਹਿਣ ਵਾਲੇ ਸੀ। ਇਸੇ ਤਰ੍ਹਾਂ ਹਕੀਕਤ ਰਾਏ ਦਾ ਜਿਹੜਾ ਸਹੁਰਾ ਪਰਿਵਾਰ ਹੈ ਸਰਦਾਰ ਕਿਸ਼ਨ ਸਿੰਘ ਉੱਪਲ, ਉਹ ਸੀਗੇ ਸਰਦਾਰ ਕਿਸ਼ਨ ਸਿੰਘ ਉੱਪਲ ਦੇ ਭਰਾ ਸੀ ਡਾਲ ਸਿੰਘ ਤੇ ਮਲਾ ਸਿੰਘ, ਜਿਨ੍ਹਾਂ ਨੇ ਕਾਜ਼ੀ ਅਬਦੁਲ ਹੱਕ ਦਾ ਸਿਰ ਵੱਢਿਆ ਸੀ। ਔਰ ਡਾਲ ਸਿੰਘ ਤੇ ਮਲਾ ਸਿੰਘ ਤੇ ਸਰਦਾਰ ਕਿਸ਼ਨ ਸਿੰਘ ਉਹਨਾਂ ਨੇ ਬੁੱਧ ਸਿੰਘ ਬਟਾਲੀਏ ਦੇ ਕੋਲੋਂ ਖੰਡੇ ਬਾਟੇ ਦੀ ਪਾਹੁਲ ਲਈ ਸੀ। ਸਰਦਾਰ ਬੁੱਧ ਸਿੰਘ ਨੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਖੰਡੇ ਬਾਟੇ ਦੀ ਪਾਹੁਲ ਲਈ ਸੀ। ਇਸੇ ਤਰ੍ਹਾਂ ਜਿਹੜਾ ਹਕੀਕਤ ਸਿੰਘ ਹੈ, ਇਹਨਾਂ ਦੀ ਪਤਨੀ ਦਾ ਨਾਮ ਨੰਦ ਕੌਰ ਸੀ, ਬੜੀ ਸਿੱਖੀ ਸਿਦਕ ਵਾਲੀ ਜਿਹੜੀ ਸੀ ਉਹ ਬੀਬੀ ਸੀ। ਇਹਨਾਂ ਦੇ ਘਰ ਦੇ ਵਿੱਚ ਇੱਕ ਪੁੱਤਰ ਨੇ ਵੀ ਜਨਮ ਲਿਆ, ਉਹਦਾ ਨਾਮ ਵੀ ਵਿਜੇ ਸਿੰਘ ਰੱਖਿਆ ਗਿਆ। ਸੋ ਬਹੁਤ ਸਾਰੇ ਸਰੋਤ ਤੇ ਸਾਡੇ ਕੋਲ ਇਤਿਹਾਸ ਦੇ ਕਹਿ ਸਕਦੇ ਹੋ ਕਿ ਐਸੇ ਮਾਹਰ ਵਿਦਵਾਨ ਸੀ, ਜਿਨ੍ਹਾਂ ਦੇ ਵਿੱਚ ਡਾਕਟਰ ਗੰਡਾ ਸਿੰਘ, ਸਰਦਾਰ ਕਰਮ ਸਿੰਘ ਹਿਸਟੋਰੀਅਨ, ਗਿਆਨੀ ਗਰਜਾ ਸਿੰਘ ਹੁਣੀ, ਜਿਨ੍ਹਾਂ ਨੇ ਉਹਨਾਂ ਸਮਿਆਂ ਦੇ ਵਿੱਚ ਬੜੇ ਵਧੀਆ ਰੂਪ ਦੇ ਵਿੱਚ ਇਤਿਹਾਸ ਦੇ ਪੁਰਾਤਨ ਸਰੋਤਾਂ ਨੂੰ ਘੋਖ ਕੇ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਦਿੱਤਾ। ਔਰ ਇਹ ਵੀ ਕਹਿ ਸਕਦੇ ਹਾਂ ਕਿ ਉਹਨਾਂ ਨੇ ਕਿਤੇ ਨਾ ਕਿਤੇ ਜਿਹੜੀ ਕੌਮ ਦੀ ਸੰਗਠਿਤ ਚੇਤਨਤਾ ਜਿਹੜੀ
ਇਸ ਗੱਲ ਦਾ ਸੰਤਾਪ ਭੁਗਤ ਰਹੀ ਸੀ, ਉਸ ਦੀ ਨੁਮਾਇੰਦਗੀ ਜਿਹੜੀ ਹੈ ਉਹ ਕੀਤੀ। ਸੋ ਬੇਸ਼ੱਕ ਅੱਜ ਵੀ ਜਦੋਂ ਅਸੀਂ ਸੰਘ ਦੀ ਜਾਂ ਭਾਜਪਾ ਦੀ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਇਹ ਜਿਹੜੀਆਂ ਕਿਆਸ ਰਾਈਆਂ ਵੀ ਸੁਣਨ ਦੇ ਵਿੱਚ ਆਉਂਦੀਆਂ ਨੇ ਕਿ ਸੰਘ ਦੇ ਵਿੱਚ ਤੇ ਭਾਜਪਾ ਦੀ ਲੀਡਰਸ਼ਿਪ ਦੇ ਵਿੱਚ ਵੀ ਇੱਕ ਤਰ੍ਹਾਂ ਦੇ ਨਾਲ ਧੜੇਬੰਦੀ ਹੈ ਜਿਹੜਾ ਪੈਦਾ ਹੋ ਚੁੱਕੀ ਹੈ। ਪਰ ਜਿਹੜਾ ਸਿੱਖਾਂ ਦੇ ਮਨ ਦੇ ਵਿੱਚ ਖਦਸ਼ਾ ਹੈ ਉਹ ਕੁਝ ਗੱਲਾਂ ਨੂੰ ਲੈ ਕੇ ਕਿ ਅਖਿਲ ਭਾਰਤੀ ਇਤਿਹਾਸ ਸੰਕਲਨ ਯੋਜਨਾ ਜਿਹੜੀ ਕਿ ਸੰਘ ਦਾ ਹੀ ਕਹਿ ਸਕਦੇ ਹੋ ਕਿ ਉਹਦੀ ਛਤਰੀ ਹੇਠ ਹੀ ਚੱਲਦੀ ਹੈ, ਤੇ ਜਦੋਂ ਉਹਨਾਂ ਵੱਲੋਂ ਇਤਿਹਾਸਕ ਤੱਥਾਂ ਦੀ ਤੋੜ ਮਰੋੜ ਕੀਤੀ ਜਾਂਦੀ ਹੈ, ਸਿੱਖਾਂ ਨੂੰ ਇੱਕ ਵੱਖਰੀ ਕੌਮ ਦੇ ਤੌਰ ਦੇ ਉੱਪਰ ਮਾਨਤਾ ਨਹੀਂ ਦਿੱਤੀ ਜਾਂਦੀ। ਬਲਕਿ ਮੈਂ ਤੇ ਜਦੋਂ ਵੇਖਿਆ ਕਿ ਜਦੋਂ ਵੀ ਕੋਈ ਸੰਘ ਦਾ ਨਵਾਂ ਮੁਖੀ ਬਣਦਾ ਹੈ ਤਾਂ ਕਿਤੇ ਨਾ ਕਿਤੇ ਉਹ ਇਹ ਗੱਲ ਕਹਿਣ ਦਾ ਯਤਨ ਕਰਦਾ ਹੈ ਕਿ ਸਿੱਖਸ ਆਰ ਨਾਟ ਅ ਸੈਪਰੇਟ ਨੇਸ਼ਨ, ਦੇ ਆਰ ਪਾਰਟ ਐਂਡ ਪਾਰਸਲ ਆਫ ਹਿੰਦੂ ਸੁਸਾਇਟੀ, ਕਿ ਉਹ ਤਾਂ ਕੋਈ ਵੱਖਰੀ ਕੌਮ ਨਹੀਂ ਹੈਗੀ, ਉਹ ਤੇ ਹਿੰਦੂ ਧਰਮ ਦਾ ਇੱਕ ਛੋਟਾ ਜਿਹਾ ਹਿੱਸਾ ਹੈ। ਪਰ ਇਹ ਨਹੀਂ, ਜਦੋਂ ਰਾਜਨੀਤਿਕ ਪੱਧਰ ਦੇ ਉੱਪਰ ਵੀ ਕਿਤੇ ਨਾ ਕਿਤੇ ਕੁਛ ਐਸੇ ਕਹਿ ਸਕਦੇ ਹੋ ਕਿ ਭਾਵੇਂ ਸਮਾਰੋਹ ਹੀ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਜਾਂ ਸਾਡੇ ਇਤਿਹਾਸ ਨਾਲ ਸੰਬੰਧਿਤ ਕੋਈ ਨਾਮ ਆਉਂਦਾ ਹੈ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਆਪਣੇ ਇਤਿਹਾਸਕ ਸਰੋਤਾਂ ਨਾਲ ਜੋੜਨ ਦਾ ਯਤਨ ਵੀ ਕੀਤਾ ਜਾਂਦਾ। ਜਿਸ ਤਰ੍ਹਾਂ ਪਿੱਛੇ ਜੇ ਗੋਬਿੰਦ ਰਾਮਾਇਣ ਸ਼ਬਦ ਦੇ ਉੱਪਰ ਬੜੀ ਚਰਚਾ ਹੋਈ ਸੀ, ਤੁਸੀਂ ਉਹਦੇ ਉੱਪਰ ਮੈਂ YouTube ਦੇ ਉੱਪਰ ਵੀਡੀਓ ਤਿਆਰ ਕੀਤੀ ਸੀ, ਤੁਸੀਂ ਉਹ ਵੇਖ ਸਕਦੇ ਹੋ। ਸੋ ਇਹ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਸਿੱਖਾਂ ਦਾ ਜਿਹੜਾ ਬੌਧਿਕ ਵਰਗ ਹੈ ਉਹ ਇਸ ਬੌਧਿਕ ਹਮਲੇ ਤੋਂ, ਇਸ ਮਾਨਸਿਕ ਹਮਲੇ ਤੋਂ ਚਿੰਤਨ ਜ਼ਰੂਰ ਕਰਦਾ ਹੈ। ਹੁਣ ਜਿਹੜੇ ਸ਼ੰਕੇ ਨੇ ਇਹਦੇ ਵਿੱਚ, ਮੰਨ ਲਓ ਵੀਰਬਾਲ, ਪੰਜਾਬੀ ਦੇ ਵਿੱਚ ਇਹਨਾਂ ਦੋਵਾਂ ਸ਼ਬਦਾਂ ਨੂੰ ਅਸੀਂ ਹੋਰ ਰੂਪ ਦੇ ਵਿੱਚ ਲੈਂਦੇ ਹਾਂ। ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹਾਦਤ ਹੈ, ਈਵਨ ਮੈਨੂੰ ਯਾਦ ਹੈ ਕਿ ਇੱਕ ਵਾਰੀ ਇੱਕ ਸਟੇਜ ਦੇ ਉੱਪਰ ਲੈਕਚਰ ਕਰਦੇ ਆ, ਮੇਰੇ ਮੂੰਹ ਦੇ ਵਿੱਚੋਂ ਸ਼ਬਦ ਨਿਕਲ ਗਿਆ, ਸਾਹਿਬਜ਼ਾਦੇ ਸ਼ਬਦ ਨਾ ਨਿਕਲਿਆ, ਮੈਂ ਕਹਿ ਦਿੱਤਾ ਗੁਰੂ ਸਾਹਿਬ ਦੇ ਬੱਚੇ, ਔਰ ਮੈਨੂੰ ਉਸੇ ਵੇਲੇ ਟੋਕ ਦਿੱਤਾ ਗਿਆ ਸੀ। ਔਰ ਮੈਂ ਇਸ ਦਾ ਕੋਈ ਗੁੱਸਾ ਨਹੀਂ ਮਨਾਇਆ, ਕੋਈ ਇਤਰਾਜ਼ ਨਹੀਂ ਕੀਤਾ। ਮੈਨੂੰ ਲੱਗਾ ਕਿ ਮੇਰੇ ਕੋਲੋਂ ਗਲਤੀ ਹੋਈ ਹੈ ਔਰ ਮੈਨੂੰ ਇਸ ਗੱਲ ਨੂੰ ਜਿਹੜਾ ਉਹ ਸਵੀਕਾਰਨਾ ਚਾਹੀਦਾ ਹੈ। ਹੁਣ ਇਸੇ ਤਰ੍ਹਾਂ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਾਹਿਬਜ਼ਾਦਿਆਂ ਦੇ ਨਾਮ ਦੇ ਉੱਪਰ ਜਿਹੜਾ ਦਿਹਾੜੇ ਦਾ ਨਾਮ ਹੈ ਕਿ ਵੀਰ ਬਾਲ ਦਿਵਸ, ਹੁਣ ਉਹਦੇ ਵਿੱਚ ਵੈਸੇ ਜੇ ਵੇਖਿਆ ਜਾਵੇ ਤਾਂ ਹਿੰਦੁਸਤਾਨ ਦੇ ਵਿੱਚ, ਇਸ ਦੇਸ਼ ਦੇ ਵਿੱਚ ਬਹੁਤ ਸਾਰੇ ਦਿਹਾੜੇ ਮਨਾਏ ਜਾਂਦੇ ਨੇ। ਕਈ ਰਿਸਟ੍ਰਿਕਟਡ ਹੌਲੀਡੇਜ਼ ਹੁੰਦੀਆਂ ਨੇ, ਕੋਈ ਗਜ਼ਟਡ ਹੌਲੀਡੇਜ਼ ਹੁੰਦੀਆਂ ਨੇ। ਕੇਂਦਰੀ ਗਜ਼ਟ ਦੇ ਵਿੱਚ ਸ਼ਾਮਲ ਕਰਕੇ ਜਦੋਂ ਇਸ ਨੂੰ ਸਪੈਸ਼ਲ ਬਾਲ ਦਿਵਸ ਵਾਂਗ ਮਨਾਉਣ ਦਾ ਯਤਨ ਕੀਤਾ ਜਾਵੇਗਾ ਤਾਂ ਉਹਦੇ ਵਿੱਚ ਜਿਹੜੀਆਂ ਸਭ ਤੋਂ ਅਹਿਮ ਸਾਡੇ ਸ਼ੰਕੇ ਨੇ, ਨਾਮਕਰਨ ਤੋਂ ਇਲਾਵਾ, ਉਹਦੀ ਗੱਲ ਤੇ ਅਸੀਂ ਬਾਅਦ 'ਚ ਕਰਦੇ ਹਾਂ, ਨਾਮਕਰਨ ਤੋਂ ਇਲਾਵਾ ਜਿਹੜੇ ਸਾਡੇ ਸ਼ੰਕੇ ਨੇ ਕਿ ਬਾਲ ਦਿਵਸ ਦੇ ਵਾਂਗ ਕਿਤੇ ਇੱਕ ਮਸਖਰਾਪਨ ਇਸ ਦਿਹਾੜੇ ਦੇ ਵਿੱਚ ਨਾ ਲਿਆਂਦਾ ਜਾਵੇ ਕਿ ਸਕੂਲਾਂ ਦੇ ਵਿੱਚ ਜਿਸ ਤਰ੍ਹਾਂ ਬਾਲ ਦਿਵਸ 14 ਨਵੰਬਰ ਨੂੰ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਸੀ ਤਾਂ ਸਾਰੇ ਬੱਚੇ ਨਹਿਰੂ ਦੇ ਵਾਂਗੂ ਲੰਬੀ ਐਚਕਨ ਪਾ ਕੇ ਤੇ ਇੱਥੇ ਗੁਲਾਬ ਦਾ ਫੁੱਲ ਲਾ ਕੇ ਜਿਹੜੇ ਸੀਗੇ ਉਹ ਸਟੇਜ ਦੇ ਉੱਪਰ ਪੇਸ਼ ਕੀਤੇ ਜਾਂਦੇ ਸੀ। ਜਦੋਂ ਫਿਰ 25 ਦਸੰਬਰ ਮਨਾਉਣ ਦੀ ਗੱਲ ਸ਼ੁਰੂ ਹੋਈ, ਜਦੋਂ ਕਨਵੈਂਟ ਸਕੂਲ ਪ੍ਰਣਾਲੀ ਜਿਹੜੀ ਆ ਹੋਂਦ ਦੇ ਵਿੱਚ ਆਉਂਦੀ ਹੈ ਹਿੰਦੁਸਤਾਨ ਦੇ ਵਿੱਚ, ਭਾਵੇਂ ਬ੍ਰਿਟਿਸ਼ ਕਾਲ ਦੇ ਵਿੱਚ ਹੀ ਆ ਗਈ ਸੀ, ਪਰ ਜਦੋਂ ਆਮ ਸ਼ਹਿਰਾਂ ਦੇ ਵਿੱਚ ਸਕੂਲ ਖੁੱਲ੍ਹੇ ਨੇ ਤਾਂ ਉਦੋਂ ਤੁਸੀਂ ਵੀ ਵੇਖਿਆ ਹੀ ਹਰ ਸਾਲ ਵੇਖਦੇ ਹੋ ਕਿ ਸਾਰੇ ਬੱਚੇ ਜਿਹੜੇ ਨੇ ਉਹ ਸੈਂਟਾ ਕਲਾਸ ਹੀ ਬਣ ਜਾਂਦੇ ਨੇ। ਭਾਵ ਕਿ ਉਹਨਾਂ ਦੇ ਕ੍ਰਿਸਚੈਨਿਟੀ ਦੇ ਇਤਿਹਾਸ ਦਾ ਵੀ ਜਿਹੜਾ ਇੱਕ ਪਾਤਰ ਸੀ ਉਹਦਾ ਇੱਕ ਮਸਖਰੇਜੇ ਵਾਲਾ ਜਿਹੜਾ ਰੂਪ ਚਿੱਤਰਨ ਕਰ ਦਿੱਤਾ ਗਿਆ। ਇਸੇ ਤਰ੍ਹਾਂ ਜਿਹੜਾ ਪਾਤਰ ਚਿੱਤਰਨ ਕੀਤਾ ਜਾਂਦਾ ਹੈ ਸਕੂਲਾਂ ਦੇ ਵਿੱਚ, ਸਟੇਜਾਂ ਦੇ ਉੱਪਰ ਰਾਮਲੀਲਾ ਦੇ ਵਾਂਗ, ਜੇਕਰ ਇਹੀ ਪ੍ਰਕਿਰਿਆ ਸਿੱਖ ਇਤਿਹਾਸ ਦੇ ਨਾਲ ਜਾਂ ਇਤਿਹਾਸ ਦੇ ਸਭ ਤੋਂ ਵੱਡੇ ਨਾਇਕ ਜਿਨ੍ਹਾਂ ਨੇ ਸੰਸਾਰੀ ਉਮਰ ਦੇ ਵਿੱਚ, ਬਹੁਤ ਛੋਟੀ ਉਮਰ ਦੇ ਵਿੱਚ ਬਹੁਤ ਵੱਡੇ ਸਾਕੇ ਜਿਹੜੇ ਨੇ, ਉਹ ਕਹਿ ਸਕਦੇ ਹੋ ਕਿ ਸੰਸਾਰ ਦੇ ਇਤਿਹਾਸ ਦੇ ਵਿੱਚ ਇੱਕ ਵਿਲੱਖਣ ਜਗ੍ਹਾ ਰੱਖਣ ਵਾਲੇ ਸਾਕੇ ਜਿਹੜੇ ਨੇ ਉਹ ਇਤਿਹਾਸ ਦੇ ਵਿੱਚ ਪ੍ਰਗਟ ਕੀਤੇ ਨੇ। ਪਰ ਜੇਕਰ ਉਹਨਾਂ ਦਾ ਪ੍ਰਗਟਾਅ ਜਿਹੜਾ ਹੈ ਉਹ ਪਾਤਰ ਚਿੱਤਰਨ ਜਿਹੜਾ ਹੈ ਉਹ ਇਸੇ ਤਰ੍ਹਾਂ ਰਾਮਲੀਲਾ ਜਾਂ ਹੋਰ ਨਾਟਕਾਂ ਦੇ ਪਾਤਰਾਂ ਵਾਂਗ ਕੀਤਾ ਜਾਵੇਗਾ, ਜਿਸ ਤਰ੍ਹਾਂ ਤੁਸੀਂ ਇੱਕ ਵੀਡੀਓ ਜਿਹੜੀ ਵੇਖ ਹੀ ਰਹੇ ਹੋ ਕਿ ਆਸਾਰਾਮ ਦੇ ਸਕੂਲ ਦੇ ਸ਼ਾਇਦ ਅਹਿਮਦਾਬਾਦ ਹੈ, ਜਿੱਥੇ ਦੋ ਬੱਚੇ ਸਕੂਲ ਦੇ ਬੱਚੇ ਜਿਹੜੇ ਕੇਸਾਧਾਰੀ ਵੀ ਨਹੀਂ ਹੈ ਉਹਨਾਂ ਨੂੰ ਸਾਹਿਬਜ਼ਾਦਿਆਂ ਦੇ ਰੂਪ ਦੇ ਵਿੱਚ ਵਿਖਾ ਕੇ ਉਹ ਸਾਰਾ ਜਿਹੜਾ ਸਰਹੰਦ ਦਾ ਸੱਕ ਹੈ ਉਹਦਾ ਪਾਤਰ ਚਿੱਤਰਨ ਜਾਂ ਨਾਟਕੀ ਰੂਪਾਂਤਰ ਜਿਹੜਾ ਉਹ ਕੀਤਾ ਗਿਆ। ਤੇ ਇਸ ਗੱਲ ਨੂੰ ਸਿੱਖ ਕੌਮ ਕਦੀ ਵੀ ਸਵੀਕਾਰ ਨਹੀਂ ਕਰੇਗੀ। ਸਾਡਾ ਤਾਂ ਜਿਹੜਾ ਸਿੱਖਾਂ ਦਾ ਬਹੁਤ ਜ਼ਿਆਦਾ ਚੇਤਨ ਤੇ ਬੌਧਿਕ ਵਰਗ ਸੀ, ਉਹਨੇ ਤੇ ਸਾਹਿਬਜ਼ਾਦਿਆਂ ਦੇ ਉੱਪਰ ਬਣੀਆਂ ਐਨੀਮੇਸ਼ਨ ਫਿਲਮਾਂ ਨੂੰ ਵੀ ਸਵੀਕਾਰ ਨਹੀਂ ਕੀਤਾ। ਦੂਜੀ ਗੱਲ ਸੀ ਕਿ ਵੀਰਤਾ, ਵੇਖੋ ਵੀਰਤਾ ਦੇ ਪ੍ਰਤੀ ਜਿਹੜੇ ਪ੍ਰਤੀਰੂਪਕ ਸ਼ਬਦ ਵਰਤੇ ਗਏ ਕਿ ਸਾਹਿਬਜ਼ਾਦਿਆਂ ਦਾ ਬਲਿਦਾਨ, ਕੁਰਬਾਨੀ, ਵੇਖੋ ਮੈਂ ਜ਼ਿਆਦਾ ਤਾਂ ਨਹੀਂ ਇਸ ਵਿਸਥਾਰ 'ਚ ਜਾਣਾ ਚਾਹੁੰਦਾ ਕਿਉਂਕਿ ਮੇਰੇ ਕੁਰਬਾਨੀ, ਬਲਿਦਾਨ ਤੇ ਸ਼ਹਾਦਤ ਦੇ ਉੱਪਰ ਇੱਕ ਪੂਰਾ ਲੈਕਚਰ YouTube ਦੇ ਉੱਪਰ ਪਿਆ, ਤੁਸੀਂ ਸੁਣ ਸਕਦੇ ਹੋ। ਪਰ ਕੁਰਬਾਨੀ ਤੇ ਬਲਿਦਾਨ ਤੇ ਸ਼ਹਾਦਤ ਦੇ ਵਿੱਚ
ਸ਼ਬਦ ਤੁਹਾਨੂੰ ਵੇਖਣ ਨੂੰ ਇੱਕੋ ਜਿਹੇ ਲੱਗਦੇ ਨੇ, ਪਰ ਇਹਦਾ ਜਦੋਂ ਅਸੀਂ ਪ੍ਰਭਾਸ਼ਿਤ ਕਰਕੇ ਵੇਖਦੇ ਹਾਂ ਤਾਂ ਕੋਹਾਂ ਦਾ ਅੰਤਰ ਹੈ। ਮੈਂ ਕਹਿੰਦਾ ਕਿਸੇ ਮੁਸਲਮਾਨ ਵੀਰ ਨਾਲ ਗੱਲ ਕਰੋ ਕਿ ਉਹ ਕਰਬਲਾ ਦੇ ਮੈਦਾਨ ਦੇ ਵਿੱਚ ਸ਼ਹੀਦ ਹੋਣ ਵਾਲੇ ਹਜ਼ਰਤ ਹੁਸੈਨ ਜਾਂ ਉਹਨਾਂ ਦੇ ਜਿਹੜੇ ਬੱਚੇ ਜਾਂ ਉਹਨਾਂ ਦੇ ਫਰਜ਼ੰਦ ਜਿਹੜੇ ਸੀਗੇ ਅਲੀ ਅਲ ਅਸਗਰ ਤੇ ਅਲੀ ਅਲ ਅਕਬਰ, ਕੀ ਉਹਨਾਂ ਨੂੰ ਕੁਰਬਾਨੀ ਕਹਿਣਗੇ? ਨਹੀਂ, ਉਹ ਸ਼ਹਾਦਤ ਹੀ ਕਹਿਣਗੇ। ਕਿਉਂ ਉਹ ਬੱਕਰੇ ਨੂੰ, ਭੇਡੂ ਨੂੰ, ਜਾਂ ਜਿਹੜੀ ਕਹਿ ਸਕਦੇ ਹੋ ਕਿ ਈਦ ਦੇ ਮੌਕੇ ਦੇ ਉੱਪਰ ਜਾਂ ਬਕਰੀਦ ਦੇ ਮੌਕੇ ਦੇ ਉੱਪਰ ਆਪਣੇ ਇੱਕ ਪਿਆਰੇ ਚੀਜ਼ ਨੂੰ ਖੁਦਾ ਨੂੰ ਭੇਟ ਕਰਨਾ, ਉਹਨੂੰ ਤਾਂ ਕੁਰਬਾਨੀ ਦੇ ਰੂਪ 'ਚ ਲੈਣਗੇ। ਪਰ ਆਪਣੇ ਕਿਸੇ ਵੀ ਧਰਮ ਦੇ ਸੰਘਰਸ਼ ਦੇ ਵਿੱਚ ਦਿੱਤੀ ਗਈ ਸ਼ਹਾਦਤ ਤੇ ਆਪਣੇ ਅਕੀਦੇ ਦੇ ਉੱਪਰ ਕਾਇਮ ਰਹਿਣ ਦੇ ਵਾਸਤੇ ਸ਼ਹਾਦਤ ਦਾ ਜਿਹੜਾ ਸਰੂਪ ਸਿਰਜਿਆ ਜਾਂਦਾ, ਉਹਨੂੰ ਕਦੀ ਕੁਰਬਾਨੀ ਸ਼ਬਦ ਦੇ ਨਾਲ ਸੰਬੋਧਿਤ ਨਹੀਂ ਕੀਤਾ ਜਾਂਦਾ। ਸੋ ਇਸ ਕਰਕੇ ਜਦੋਂ ਵੀਰਤਾ ਤੇ ਕੁਰਬਾਨੀ ਜਾਂ ਬਲੀਦਾਨ ਸ਼ਬਦ ਆਵੇਗਾ, ਇਹ ਜਿਹੜੇ ਸ਼ਹਾਦਤ ਦੇ ਮਾਪਦੰਡ ਨੇ, ਜਿਹੜੇ ਸ਼ਬਦ ਦੇ ਮਾਪਦੰਡ ਨੇ, ਉਹਨਾਂ ਤੋਂ ਬਹੁਤ ਜਿਹੜਾ ਉਹ ਨੀਵਾਂ ਰਹਿ ਜਾਂਦਾ। ਦੂਸਰੀ ਗੱਲ, ਜਿਹੜੇ ਸਾਡੇ ਕੁਝ ਮੈਂ ਗੈਰ ਸੰਜੀਦਾ ਜੇ ਵੀਰ ਇੱਕ ਹੋਰ ਤਰ੍ਹਾਂ ਦੀ ਤਰਕ ਜਿਹੜੀ ਉਹ ਸਾਡੇ ਸਾਹਮਣੇ ਪੇਸ਼ ਕਰ ਰਹੇ ਨੇ। ਉਹ ਕਹਿੰਦੇ ਨੇ ਜੀ ਅਲਾਯਾਰ ਖਾਂ ਜੋਗੀ ਨੇ ਵੀ ਲਿਖਿਆ, ਕਟਾਏ ਬਾਪ ਨੇ ਬੱਚੇ ਜਹਾਂ ਖੁਦਾ ਕੇ ਲਈ, ਪਰ ਉਹ 'ਚ ਬਾਪ ਸ਼ਬਦ ਆ ਰਿਹਾ। ਸਾਹਿਬਜ਼ਾਦੇ ਆਪਣੇ ਬਾਪ ਦੇ ਬੱਚੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਤਾਂ ਹੋ ਸਕਦੇ, ਸਾਹਿਬ ਦੀ ਜਾਤ ਦੇ ਵਿੱਚੋਂ ਨੇ, ਕੁਲ ਦੇ ਵਿੱਚੋਂ ਨੇ, ਸਾਹਿਬਜ਼ਾਦੇ ਤਾਂ ਹੋ ਸਕਦੇ, ਉਹ ਸਾਡੇ ਬੱਚੇ ਤਾਂ ਨਹੀਂ ਹੈ। ਇਸੇ ਤਰ੍ਹਾਂ ਨਿੱਕੀਆਂ ਜਿੰਦਾਂ ਵੱਡੇ ਸਾਕੇ, ਇਹਦਾ ਵੀ ਹਵਾਲਾ ਦਿੱਤਾ ਜਾ ਰਿਹਾ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਜਿਹੜੀ ਹੈ ਉਹ ਚਿੱਤਰ ਕਥਾ ਜਾਂ ਚਿੱਤਰਾਂ ਵਾਲੀ ਕਿਤਾਬ ਜਿਹੜੀ ਸੀ ਉਹ ਪ੍ਰਕਾਸ਼ਿਤ ਕੀਤੀ ਸੀ, ਜਿਹਦਾ ਨਾਮ ਸੀ ਨਿੱਕੀਆਂ ਜਿੰਦਾਂ ਵੱਡੇ ਸਾਕੇ। ਉੱਥੇ ਨਿੱਕੀਆਂ ਜਿੰਦਾਂ ਦਾ ਭਾਵ ਨਿੱਕੇ ਬੱਚੇ ਨਹੀਂ, ਉਹਦਾ ਭਾਵ ਹੈ ਕਿ ਛੋਟੀ ਉਮਰ ਦੇ ਵਿੱਚ ਵਰਤਾਏ ਗਏ ਵੱਡੇ ਸਾਕਿਆਂ ਨੂੰ ਸੰਬੋਧਿਤ ਹੋਣਾ। ਤੇ ਜਦੋਂ ਸ਼ਹਾਦਤ ਦੇ ਵਿੱਚ ਸਾਬਰ ਤੇ ਸਿਦਕ ਦੀ ਗੱਲ ਆ ਜਾਂਦੀ ਹੈ, ਉਦੋਂ ਜਿਹੜੇ ਉਮਰ ਦੇ ਮਾਪਦੰਡ ਨੇ ਉਹ ਖਤਮ ਹੋ ਜਾਂਦੇ ਨੇ। ਉਦੋਂ ਤਾਂ ਸ਼ਹਾਦਤ ਤੋਂ ਬਾਅਦ ਜਿਹੜੀ ਸ਼ਹਾਦਤ ਦੀ ਅਹਿਮੀਅਤ ਆ, ਅਸੀਂ ਤੇ ਉਸ ਨੂੰ ਬਾਬਾ ਸ਼ਬਦ ਦੇ ਨਾਲ ਪ੍ਰਭਾਸ਼ਿਤ ਕਰਦੇ। ਅਸੀਂ ਤੇ ਸਾਹਿਬਜ਼ਾਦਿਆਂ ਨੂੰ ਬਾਬਾ ਜੋਰਾਵਰ ਸਿੰਘ ਜੀ ਔਰ ਬਾਬਾ ਫਤਿਹ ਸਿੰਘ ਜੀ ਕਹਿੰਦੇ ਆ। ਮੈਂ ਹੋਰ ਵੀ ਇੱਕ ਵੇਖ ਰਿਹਾ ਸੀਗਾ ਕਿ ਸਾਡੇ ਬਹੁਤ ਸਾਰੇ ਵਿਦਵਾਨ ਵੀਰ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਆਪੋ ਆਪਣੇ ਵਿਚਾਰ ਪੇਸ਼ ਕਰਦੇ ਨੇ। ਵੈਸੇ ਮੈਂ ਇਸ ਗੱਲ ਨੂੰ ਚੰਗੀ ਗੱਲ ਸਮਝਦਾ ਕਿ ਉਹ ਵਿਚਾਰ ਪੇਸ਼ ਕਰਦੇ ਨੇ, ਸਾਨੂੰ ਉਹਨਾਂ ਦੀ ਮਾਨਸਿਕਤਾ ਸਮਝਣ ਦਾ ਮੌਕਾ ਮਿਲਦਾ ਤੇ ਇਹ ਵੀ ਪਤਾ ਲੱਗਦਾ ਹੈ ਕਿ ਕਿੱਥੇ ਜਿਹੜੀ ਖਾਮੀ ਕਿੱਥੇ ਹੈ ਕਿ ਜਿਸ ਚੀਜ਼ ਨੂੰ ਦੂਰ ਕੀਤਾ ਜਾਣਾ ਚਾਹੀਦਾ। ਉਹ ਕਹਿ ਰਹੇ ਕਿ ਅਸੀਂ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਬਾਲਾ ਪ੍ਰੀਤਮ ਕਹਿੰਦੇ ਆ ਵੀ ਉੱਥੇ ਬਾਲਾ ਦਾ ਅਰਥ ਬੱਚਾ ਨਹੀਂ ਹੈ, ਬਾਲ ਤੋਂ ਬਾਲਾ ਤੇ ਬਹੁਵਚਨ ਹੁੰਦਾ ਹੈ ਤੇ ਉੱਥੇ ਬਹੁਵਚਨ ਸ਼ਬਦ ਨਹੀਂ ਵਰਤਿਆ ਜਾਂਦਾ। ਉੱਥੇ ਜਿਹੜਾ ਬਾਲਾ ਸ਼ਬਦ ਵਰਤਿਆ ਜਾਂਦਾ ਹੈ ਉਹ ਫਾਰਸੀ ਦੇ ਵਿੱਚੋਂ ਬਾਲਾ ਸ਼ਬਦ ਆਇਆ। ਤੁਹਾਨੂੰ ਫਿਰ ਤੁਸੀਂ ਆਪ ਹੀ ਤੇ ਅਲਾਯਾਰ ਖਾਂ ਜੋਗੀ ਦਾ ਹਵਾਲਾ ਦਿੱਤਾ ਤੇ ਉਹਦੀ ਗੰਜੇ ਸ਼ਹੀਦਾਂ ਕਿਤਾਬ ਦੇ ਵਿੱਚ ਬਾਲਾ ਏ ਬਾਮ ਵੀ ਪੜ੍ਹ ਲਿਓ ਕਿ ਉੱਚਾ ਕੋਠਾ, ਬਾਲਾ ਏ ਬਾਮ। ਬਾਲਾ ਦਾ ਭਾਵ ਹੁੰਦਾ ਸ਼੍ਰੋਮਣੀ ਸਰਵੋਚਮ ਤੇ ਉੱਚਾ, ਬਾਲਾ ਪ੍ਰੀਤਮ, ਕਿ ਉਹ ਆਜੂ ਦੇ ਵਿੱਚ ਛੋਟੇ ਨੇ ਪਰ ਸਰਵੋਤਮ ਪ੍ਰੀਤਮ, ਉੱਚੀ ਜਗ੍ਹਾ, ਉੱਚਾ ਦਰਜਾ, ਉੱਚਾ ਪੱਧਰ। ਸੋ ਉੱਥੇ ਬਾਲਾ ਸ਼ਬਦ ਜਿਹੜਾ ਉਹ ਉੱਚੇ ਦੇ ਵਾਸਤੇ, ਵੱਡੇ ਦੇ ਵਾਸਤੇ, ਸ਼੍ਰੋਮਣੀ ਦੇ ਵਾਸਤੇ, ਸਰਵੋਤਮ ਦੇ ਵਾਸਤੇ ਫਾਰਸੀ ਦੇ ਵਿੱਚੋਂ ਆਇਆ। ਪੰਜਾਬ ਦੇ ਪਿੰਡਾਂ ਦੇ ਵਿੱਚ ਆ ਕੇ ਵੇਖੋ, ਬਹੁਤ ਸਾਰੇ ਪਿੰਡਾਂ ਦੇ ਨਾਲ ਬਾਲਾ ਸ਼ਬਦ ਲੱਗਦਾ। ਕਲੇਰ ਬਾਲਾ, ਕਲੇਰ ਪਾਈ, ਵੱਡਾ ਪਿੰਡ ਤੇ ਛੋਟਾ ਪਿੰਡ, ਉੱਚਾ ਪਿੰਡ, ਨੀਵਾਂ ਪਿੰਡ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਸਾਨੂੰ ਭਾਸ਼ਾ ਦਾ ਗਿਆਨ ਨਾ ਹੋਵੇ ਤਾਂ ਮੇਰੇ ਖਿਆਲ ਦੇ ਨਾਲ ਜਿਹੜੇ ਇਵੇਂ ਦੇ ਤਰਕ ਦੇਣੇ ਹੁੰਦੇ ਨੇ, ਇਹਨਾਂ ਦਾ ਗੁਰੇਜ਼ ਕੀਤਾ ਜਾਣਾ ਚਾਹੀਦਾ। ਹੁਣ ਅਸੀਂ ਇਹਦੇ ਹੱਲ ਵਾਲੇ ਪਾਸੇ ਆਈਏ, ਕਿਉਂਕਿ ਜਦੋਂ ਕੇਂਦਰ ਦੀ ਹਕੂਮਤ ਨੇ ਹੁਣ ਇਸ ਨੂੰ ਐਲਾਨ ਦਿੱਤਾ ਤੇ ਇਹਦਾ ਜਿੱਥੇ ਕਿਤੇ ਸਾਨੂੰ ਇਤਰਾਜ਼ ਹੈ ਉਹਦੇ ਹੱਲ ਵਾਲੇ ਪਾਸੇ ਤਾਂ ਤੁਰਨਾ ਚਾਹੀਦਾ। ਪਹਿਲੀ ਗੱਲ ਤੇ ਮਨਾਉਣ ਦੀ ਬਿਦ। ਜੇਕਰ ਸਰਕਾਰ ਨੇ ਕਹਿ ਸਕਦੇ ਹੋ ਕਿ ਇਹ ਹੁਣ ਬਕਾਇਦਾ ਤੌਰ ਤੇ ਰੈਫਰੈਂਸ ਨੰਬਰ ਪਾ ਕੇ ਆਪਣੇ ਸਰਕਾਰੀ ਦਸਤਾਵੇਜ਼ਾਂ ਦੇ ਵਿੱਚ ਇਸ ਦੀ ਇਜਾਜ਼ਤ ਜਾਂ ਇਸ ਦਾ ਐਲਾਨ ਦੇ ਹੀ ਦਿੱਤਾ ਹੈ, ਤਾਂ ਬਕਾਇਦਾ ਸਕੂਲਾਂ ਨੂੰ ਹੁਣ ਇਹਦੀਆਂ ਇੰਸਟਰਕਸ਼ਨਸ ਜਾਰੀ ਕੀਤੀਆਂ ਜਾਣੀਆਂ ਚਾਹੀਦੀਆਂ ਜਿਨ ਕਿ ਨਾਟਕੀ ਤੌਰ ਤੇ ਰੂਪਾਂਤਰਣ ਨਾ ਕੀਤਾ ਜਾਵੇ, ਸੈਂਟਾ ਕਲਾਜ ਦੇ ਵਾਂਗ ਰੂਪ ਚਿੱਤਰਣ ਨਾ ਕੀਤਾ ਜਾਵੇ ਤੇ ਪੰਡਿਤ ਨਹਿਰੂ ਦੇ ਵਾਂਗ ਮਨਾਇਆ ਜਾਂਦਾ ਜਿਹੜਾ ਬਾਲ ਦਿਵਸ ਆ ਉਹਦੇ ਵਾਂਗ ਸਾਰਿਆਂ ਨੂੰ ਹੁਣ ਸਾਹਿਬਜ਼ਾਦੇ ਬਣਾਉਣ ਦਾ ਬੱਚਿਆਂ ਨੂੰ ਯਤਨ ਨਾ ਕੀਤਾ ਜਾਵੇ। ਪਹਿਲੀ ਗੱਲ ਤਾਂ ਇਹ ਕਿ ਇਹ ਬਹੁਤ ਹੀ ਕਹਿ ਸਕਦੇ ਹੋ ਕਿ ਸਖਤੀ ਦੇ ਨਾਲ ਜਾਰੀ ਕੀਤੇ ਜਾਣ ਵਾਲੇ ਦਿਸ਼ਾ ਨਿਰਦੇਸ਼ ਨੇ, ਜਿਹਦੇ ਵਾਸਤੇ ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ ਨੂੰ ਇਕੱਠੇ ਹੋ ਕੇ ਇਸ ਚੀਜ਼ ਦਾ ਦਬਾਅ ਪਾਉਣਾ ਚਾਹੀਦਾ। ਦੂਸਰੀ ਗੱਲ ਆ ਜਾਂਦੀ ਹੈ ਨਾਮਕਰਨ ਦੀ। ਸਾਹਿਬਜ਼ਾਦੇ ਦਿਵਸ ਵੀ ਹੋ ਸਕਦਾ ਹੈ, ਸ਼ਹੀਦੀ ਦਿਹਾੜਾ, ਸ਼ਹਾਦਤ ਦਾ ਦਿਵਸ, ਬਹੁਤ ਸਾਰੇ ਐਸੇ ਸ਼ਬਦ ਨੇ ਜਿਹੜੇ ਵਰਤੇ ਜਾ ਸਕਦੇ ਔਰ ਕਿਸੇ ਨੂੰ ਕੋਈ ਇਤਰਾਜ਼ ਵੀ ਨਹੀਂ ਹੋਵੇਗਾ। ਕਿਉਂਕਿ ਜੇ ਮੈਂ ਤੁਹਾਨੂੰ ਇੱਕ ਉਦਾਹਰਨ ਦੇਵਾਂ, ਕੁਛ ਵੀਰਾਂ ਨਾਲ ਮੇਰੀ ਗੱਲ ਹੋਈ, ਕਹਿੰਦੇ ਜੀ ਹੁਣ ਬਦਲਿਆ ਨਹੀਂ ਜਾ ਸਕਦਾ। ਵੇਖੋ 5 ਨਵੰਬਰ 1948 ਨੂੰ ਜਦੋਂ ਬਾਲ ਦਿਵਸ ਮਨਾਇਆ ਗਿਆ ਤੇ ਫਲਾਵਰਸ ਡੇ ਸੀ,
ਔਰ ਫਲਾਵਰ ਡੇਜ਼ ਦੇ ਨਾਮਕਰਨ ਦੇ ਉੱਪਰ ਬਾਲ ਦਿਵਸ ਮਨਾ ਕੇ ਬੱਚਿਆਂ ਦੇ ਕੋਲੋਂ ਸਕੂਲਾਂ ਦੇ ਵਿੱਚ ਪੈਸੇ ਇਕੱਠੇ ਕੀਤੇ ਗਏ ਕਿਉਂਕਿ ਯੂਐਨਓ ਦੇ ਰਾਹੀਂ ਜਿਹੜੇ ਗਰੀਬ ਬੱਚੇ ਸੀ ਉਹਨਾਂ ਦੀ ਮਦਦ ਕੀਤੀ ਜਾਏ। ਪਰ ਇਸੇ ਹੀ ਬਾਲ ਦਿਵਸ ਨੂੰ ਬਾਅਦ ਦੇ ਵਿੱਚ 14 ਨਵੰਬਰ ਨੂੰ ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ ਦੇ ਨਾਲ ਵੀ ਜੋੜ ਦਿੱਤਾ 1957 ਦੇ ਵਿੱਚ, ਤੇ ਇਹਦਾ ਨਾਮਕਰਨ ਜਿਹੜਾ ਸੀਗਾ ਉਹ ਤਾਂ ਛੱਡ ਦਿਓ, ਤਰੀਕ ਵੀ ਜਿਹੜੀ ਸੀ ਉਹ ਵੀ ਬਦਲ ਦਿੱਤੀ ਗਈ। ਸੋ ਸਭ ਤੋਂ ਅਹਿਮ ਗੱਲ ਹੈ ਕਿ ਜਿੰਨੀਆਂ ਵੀ ਸਾਡੀਆਂ ਨੁਮਾਇੰਦਾ ਸਿੱਖ ਸੰਸਥਾਵਾਂ ਨੇ, ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆ ਜਾਂਦੀ ਹੈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਆ ਸਕਦੇ ਨੇ, ਜਾਂ ਮੈਂ ਸੋਚਦਾ ਕਿ ਉਹਨਾਂ ਨੂੰ ਸਾਰੇ ਵਿਦਵਾਨਾਂ ਦੀ ਜਿਹੜੇ ਸੰਜੀਦਗੀ ਦੇ ਨਾਲ ਇਸ ਮੁੱਦੇ ਨੂੰ ਕੇਂਦਰ ਦੀ ਹਕੂਮਤ ਤੱਕ ਪਹੁੰਚਾ ਸਕਦੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰਕੇ ਇੱਕ ਚੰਗਾ ਡਰਾਫਟ ਕਰਕੇ ਕਹਿ ਸਕਦੇ ਹੋ ਇੱਕ ਦਸਤਾਵੇਜ਼, ਉਹ ਕੇਂਦਰ ਦੀ ਹਕੂਮਤ ਦੇ ਨਾਲ ਜਿਹੜਾ ਰਾਬਤਾ ਕਾਇਮ ਕਰਨਾ ਚਾਹੀਦਾ। ਕਿਉਂਕਿ ਵਿੱਚ ਮੈਨੂੰ ਇੱਕ ਪੱਖ ਬੜਾ ਸਾਰਥਕ ਲੱਗ ਰਿਹਾ ਹੈ ਕਿ ਜੇਕਰ ਰਾਸ਼ਟਰੀ ਪੱਧਰ ਦੇ ਉੱਪਰ ਇਹ ਦਿਹਾੜਾ ਜੇਕਰ ਮਨਾਉਣਾ ਹੀ ਹੈ ਕੇਂਦਰ ਨੇ, ਤਾਂ ਪਹਿਲੀ ਗੱਲ ਤੇ ਹੈ ਕਿ ਸਿੱਖ ਸੰਸਥਾਵਾਂ ਇਕੱਠੀਆਂ ਹੋ ਕੇ ਨਾਮਕਰਨ ਦੇ ਵਿੱਚ ਤਬਦੀਲੀ ਕਰਵਾ ਸਕਦੀਆਂ ਨੇ। ਤੇ ਦੂਜੀ ਗੱਲ, ਇਹਨਾਂ ਸੰਸਥਾਵਾਂ ਦੀ ਇੱਕ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਕਿ ਹੁਣ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਸੰਕਲਪ ਨੂੰ ਵਧੀਆ ਰੂਪ ਦੇ ਵਿੱਚ ਪ੍ਰਭਾਸ਼ਿਤ ਕੀਤਾ ਹੋਵੇ, ਜਿਹਦੇ ਵਿੱਚ ਸ਼ਰਧਾ ਤੇ ਸਹਿਜ ਹੋਵੇ, ਜਿਹਦੇ ਵਿੱਚ ਸਕੂਲਾਂ ਦੇ ਵਿੱਚ ਪੜ੍ਹਾਇਆ ਜਾ ਸਕੇ ਕਿ ਇਹ ਮਹਿਜ਼ ਇੱਕ ਰੂਪ ਚਿੱਤਰਨ ਕਰਨ ਵਾਲੀਆਂ ਜਾਂ ਫਿਰ ਨਾਟਕੀ ਰੂਪਾਂਤਰਨ ਕਰਨ ਵਾਲੀਆਂ ਘਟਨਾਵਾਂ ਨਹੀਂ ਆ, ਇਹ ਸਾਡੇ ਇਤਿਹਾਸ ਦੇ ਸੁਨਹਿਰੀ ਪੰਨੇ ਨੇ। ਸੋ ਇਹ ਦੋ ਗੱਲਾਂ ਜਿਹੜੀਆਂ ਨੇ ਇਹ ਹਕੂਮਤ ਨਾਲ ਗੱਲਬਾਤ ਕਰਕੇ ਮੇਰੇ ਖਿਆਲ ਦੇ ਨਾਲ ਹੱਲ ਕੀਤੀਆਂ ਜਾ ਸਕਦੀਆਂ ਨੇ। ਕੋਈ ਇੰਨੀ ਵੱਡੀ ਵਿਵਾਦ ਵਾਲੀ ਗੱਲ ਨਹੀਂ ਹੈ। ਪਰ ਜੇਕਰ ਕਹਿ ਸਕਦੇ ਹੋ ਕਿ ਅਸੀਂ ਸਿਰਫ ਇਹੀ ਗੱਲ ਕਹਿ ਦਈਏ ਵੀ ਨਹੀਂ ਇਹਦੇ ਨਾਲ ਕੋਈ ਨਹੀਂ ਹੈ, ਤਾਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਿਹੜਾ ਕੌਮ ਦਾ ਸੰਜੀਦਾ ਬੌਧਿਕ ਵਰਗ ਹੈ ਉਹ ਕਿਤੇ ਨਾ ਕਿਤੇ ਇੱਕ ਸ਼ੰਕੇ ਦੇ ਵਿੱਚ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਹੀ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ਜਿਹੜੀਆਂ ਸਮੱਸਿਆਵਾਂ ਅਤੀਤ ਦੇ ਵਿੱਚ ਅਸੀਂ ਫੇਸ ਕਰ ਚੁੱਕੇ ਹਾਂ। ਔਰ ਉਦੋਂ ਤਾਂ ਸਾਡੇ ਕੋਲ ਬਹੁਤ ਚੰਗੇ ਵਿਦਵਾਨ ਸੀ, ਵਿਦਵਾਨ ਹੋਣ ਦੇ ਨਾਲ ਨਾਲ ਜਿਹੜੀ ਸੀਗੀ ਕੌਮ ਦਾ ਜਿਹੜੀ ਸੰਗਠਿਤ ਚੇਤਨਤਾ ਸੀ ਉਹਨਾਂ ਵਿਦਵਾਨਾਂ ਦੀ ਗੱਲ ਨੂੰ ਪ੍ਰਵਾਨ ਵੀ ਕਰਦੀ ਸੀ। ਪਰ ਅੱਜ ਤਾਂ ਜਿਸ ਤਰ੍ਹਾਂ ਦੇ ਨਾਲ ਅਸੀਂ ਖੱਖੜੀਆ ਕਰੇਲੇ ਹੋਏ ਫਿਰਦੇ ਹਾਂ, ਮੈਨੂੰ ਲੱਗਦਾ ਹੀ ਨਹੀਂ ਹੈ ਕਿ ਕੋਈ ਵਿਰੋਧ ਦੇ ਵਿੱਚ ਵੀ ਗੱਲ ਕਰਦਾ ਤੇ ਸਾਡੇ ਕੋਲ ਕੋਈ ਸਹਿਣਸ਼ੀਲਤਾ ਜਾਂ ਉਹਨੂੰ ਟੋਲਰੇਟ ਕਰਨ ਦੀ ਕੋਈ ਤਾਕਤ ਜਾਂ ਸਮਰੱਥਾ ਰਹਿ ਗਈ ਹੈ। ਸੋ ਇਸ ਕਰਕੇ ਮੇਰੀ ਅਜੇ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੀਆਂ ਸੰਸਥਾਵਾਂ ਨੂੰ ਹੁਣ ਇਸ ਪੱਖ ਦੇ ਉੱਪਰ ਸੰਗਠਿਤ ਰੂਪ ਦੇ ਵਿੱਚ ਕੇਂਦਰ ਦੀ ਹਕੂਮਤ ਦੇ ਨਾਲ ਗੱਲਬਾਤ ਕਰਨ ਦੇ ਵਾਸਤੇ ਅੱਗੇ ਆਉਣਾ ਚਾਹੀਦਾ ਕਿ ਅਸੀਂ ਨਾਮਕਰਨ ਕੀ ਚਾਹੁੰਦੇ ਹਾਂ ਤੇ ਅਸੀਂ ਇਸ ਨੂੰ ਮਨਾਉਣਾ ਕਿਵੇਂ ਚਾਹੁੰਦੇ ਹਾਂ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।